Hello everyone, welcome to Victor's Knowledge. This is Chinu Sharma, and today in this lecture I am going to cover part 2 from our important GS 100 plus MCQ series on Indian economy. So now let's get started. So first question, ਇਹ ਜਿਹੜੀ series ਹੈ ਇਹਦੇ ਅੰਦਰ ਆਪਾਂ 62 ਤੋਂ ਲੈ ਕੇ 105 ਤੱਕ ਜਿਹੜੇ part 2 ਦੇ remaining MCQs ਨੇ ਉਹ cover ਕਰਾਂਗੇ। ਸੋ ਪਹਿਲਾ question ਹੈ ਅੱਜ ਦਾ, Reserve Bank of India was nationalized in the year। ਕਿਹੜੇ ਸਾਲ ਦੇ ਵਿੱਚ RBI ਜਿਹੜਾ ਆਪਣਾ apex central bank ਹੈ ਇੰਡੀਆ ਦਾ ਉਹਨੂੰ nationalize ਕੀਤਾ ਗਿਆ। So the year is very important, it is 1949। ਕਾਫੀ ਵਾਰੀ ਐਗਜ਼ਾਮ ਵਿੱਚ ਇਹ ਪੁੱਛਿਆ ਜਾਂਦਾ ਕਿ RBI ਰਿਜ਼ਰਵ ਬੈਂਕ ਆਫ ਇੰਡੀਆ ਇਸਟੈਬਲਿਸ਼ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ। ਸੋ ਦ ਡੇਟ ਇਜ਼ 1 April 1935। ਸੋ 1 April 1935 ਨੂੰ ਕਲਕੱਤਾ ਦੇ ਵਿੱਚ ਇਹਨੂੰ ਇਸਟੈਬਲਿਸ਼ ਕੀਤਾ ਗਿਆ ਸੀ। ਸੋ ਇਹ ਡੇਟ ਈਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਇਜ਼ ਫਿਸਕਲ ਡੈਫਿਸਿਟ, ਜਿਹਦੀ ਬਾਰ-ਬਾਰ ਯੂਨੀਅਨ ਬਜਟ ਦੇ ਅੰਦਰ ਗੱਲ ਹੁੰਦੀ ਹੈ, ਉਹਦਾ ਮਤਲਬ ਕੀ ਹੈ। ਫਿਸਕਲ ਡੈਫਿਸਿਟ ਦਾ ਸਿੰਪਲ ਜਿਹਾ ਮਤਲਬ ਹੈ ਜਿੰਨੀ ਵੀ ਇਨਕਮ ਐਕਸਪੈਂਡੀਚਰ ਦਾ ਆਪਸ ਦਾ ਫਰਕ ਹੁੰਦਾ ਹੈ ਬਜਟਰੀ ਡੈਫਿਸਿਟ ਦਾ ਟੋਟਲ ਐਂਡ ਨੈਟ ਇਨਕਰੀਜ਼ ਇਨ ਇੰਟਰਨਲ ਤੇ ਐਕਸਟਰਨਲ ਬੋਰੋਇੰਗਸ। ਸੋ ਕਿਤੋਂ ਵੀ ਸਰਕਾਰ ਨੇ ਕੋਈ ਪੈਸਾ ਲਿਆ ਹੈ, ਕੋਈ ਇੰਟਰਨਲ ਐਕਸਟਰਨਲ ਬੋਰਿੰਗ ਹੈ, ਸੋ ਉਹਨਾਂ ਵਿੱਚ ਜੇ ਕੋਈ ਵੀ ਇਨਕਰੀਜ਼ ਹੋਇਆ ਹੈ ਤੇ ਨਾਲ ਹੀ ਬਜਟਰੀ ਡੈਫਿਸਿਟ ਇਹਨਾਂ ਦਾ ਆਪਸ ਦੇ ਵਿੱਚ ਸਮ ਹੁੰਦਾ ਫਿਸਕਲ ਡੈਫਿਸਿਟ। ਨੈਕਸਟ ਹੈ 1969 ਦੇ ਵਿੱਚ ਜਦੋਂ ਦੁਬਾਰਾ ਬੈਂਕ ਨੈਸ਼ਨਲਾਈਜ਼ ਕੀਤੇ ਗਏ ਸੀ ਤਾਂ ਉਦੋਂ ਕਿੰਨੇ ਬੈਂਕ ਨੈਸ਼ਨਲਾਈਜ਼ ਹੋਏ ਸੀ। ਸੋ 1969 ਦੇ ਵਿੱਚ 14 ਬੈਂਕ ਨੈਸ਼ਨਲਾਈਜ਼ ਕੀਤੇ ਗਏ ਸੀ। ਰਾਈਟ ਆਨਸਰ ਇਜ਼ ਆਪਸ਼ਨ ਬੀ। ਇੰਡੀਆ ਦੇ ਅੰਦਰ ਇਨਫਲੇਸ਼ਨ ਆਪਾਂ ਜਿਹੜੀ ਪ੍ਰਾਈਸ ਦੇ ਵਿੱਚ ਇਨਕਰੀਜ਼ ਹੁੰਦਾ ਹੈ ਉਹਦੀ ਆਪਾਂ ਮੈਜ਼ਰਮੈਂਟ ਕਿਵੇਂ ਕਰਦੇ ਹਾਂ, ਉਹਨੂੰ ਮਾਪਦੇ ਕਿਵੇਂ ਆ। ਸੋ ਦੋ ਤਰ੍ਹਾਂ ਦੇ ਇੰਡੈਕਸ ਨੇ, ਇੱਕ ਹੈ ਹੋਲਸੇਲ ਪ੍ਰਾਈਸ ਇੰਡੈਕਸ ਜਿਹਨੂੰ ਆਪਾਂ WPI ਕਹਿੰਦੇ ਆ, ਦੂਜਾ ਹੈ CPI ਕੰਜ਼ਿਊਮਰ ਪ੍ਰਾਈਸ ਇੰਡੈਕਸ। ਇੰਡੀਆ ਦੇ ਵਿੱਚ ਜਿਹੜਾ ਮੈਥਡ ਅਡਾਪਟ ਕੀਤਾ ਜਾਂਦਾ ਹੈ ਉਹ ਹੈ ਹੋਲਸੇਲ ਪ੍ਰਾਈਸ ਇੰਡੈਕਸ ਨੰਬਰ। ਨੈਕਸਟ ਹੈ ਇੰਡੀਆ ਦੇ ਵਿੱਚ ਜਦੋਂ ਆਪਾਂ ਬੈਂਕਿੰਗ ਦੀ ਗੱਲ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਹੈ ਏਪੈਕਸ ਅਥਾਰਟੀ RBI ਹੈ। ਜਦੋਂ ਆਪਾਂ ਗੱਲ ਕਰ ਰਹੇ ਹਾਂ ਐਗਰੀਕਲਚਰ ਤੇ ਉਹਦੇ ਨਾਲ ਲੱਗਦੇ ਜਿੰਨੇ ਵੀ ਹੋਰ ਐਲੀਡ ਫੀਲਡ ਨੇ ਉਹਨਾਂ ਦੇ ਵਿੱਚ ਕੋਈ ਵੀ ਰਿਸਰਚ ਵਰਕ ਹੈ, ਕੋਈ ਪਲਾਨ ਤਿਆਰ ਕਰਨੇ ਨੇ, ਉਹਦੇ ਲਈ ਸਭ ਤੋਂ ਟੌਪ ਅਥਾਰਟੀ ਕਿਹੜੀ ਹੈ। ਸੋ ਉਹ ਹੈ ICAR ਇੰਡੀਅਨ ਕਾਉਂਸਿਲ ਆਫ ਐਗਰੀਕਲਚਰਲ ਰਿਸਰਚ। So this is the apex body for formulating plan and coordinating research work in agriculture and allied field. Next is 67th question, ਇੰਡੀਆ ਦੇ ਅੰਦਰ ਫਿਸਕਲ ਪਾਲਿਸੀ ਕੌਣ ਤਿਆਰ ਕਰਦਾ ਹੈ। ਸੋ ਫਿਸਕਲ ਪਾਲਿਸੀ ਤਿਆਰ ਕੀਤੀ ਜਾਂਦੀ ਹੈ ਫਾਈਨੈਂਸ ਮਿਨਿਸਟਰੀ ਦੇ ਦੁਆਰਾ। ਆਪਸ਼ਨ ਬੀ। Which of the following sector is covered under ਮੁਦਰਾ ਯੋਜਨਾ। very important, ਮੁਦਰਾ ਯੋਜਨਾ ਕਵਰ ਕਰਦੀ ਹੈ ਟੈਕਸਟਾਈਲ ਸੈਕਟਰ ਨੂੰ। ਆਪਸ਼ਨ ਜਿਹੜੀ ਸਕੀਮ ਹੈ ਇਹਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 8 ਅਪ੍ਰੈਲ 2015 ਨੂੰ ਲਾਂਚ ਕੀਤਾ ਸੀ। ਕਾਫੀ ਵਾਰੀ ਐਗਜ਼ਾਮ ਵਿੱਚ ਡਾਇਰੈਕਟਲੀ ਇਸ ਸਕੀਮ ਦੀ ਡੇਟ ਪੁੱਛੀ ਜਾਂਦੀ ਹੈ। ਸੋ ਦਿਸ ਇਜ਼ ਆਲਸੋ very important। ਨੈਕਸਟ ਇਜ਼ ਸਪੈਸ਼ਲ ਇਕਨੋਮਿਕ ਜ਼ੋਨ ਐਕਟ ਪਾਰਲੀਮੈਂਟ ਦੇ ਵਿੱਚ ਕਿਹੜੇ ਸਾਲ 'ਚ ਪਾਸ ਹੋਇਆ। ਸੋ ਸਪੈਸ਼ਲ ਇਕਨੋਮਿਕ ਜ਼ੋਨ SEZ ਐਕਟ ਵਾਸ ਪਾਸਡ ਇਨ ਦ ਈਅਰ 2005। ਆਪਸ਼ਨ ਬੀ। BIS ਕੇਅਰ ਐਪ ਦਾ ਮੇਨ ਮਕਸਦ ਕੀ ਹੈ। ਸਭ ਤੋਂ ਪਹਿਲਾਂ ਤਾਂ BIS ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ। ਸੋ BIS ਸਟੈਂਡ ਫॉर ਬਿਊਰੋ ਆਫ ਇੰਡੀਅਨ ਸਟੈਂਡਰਡਸ। ਸੋ ਜਿਹੜਾ ਇਹਦੇ ਨਾਲ ਰਿਲੇਟਡ ਇੱਕ ਐਪ ਹੈ ਉਹਦਾ ਮੇਨ ਮਕਸਦ ਹੈ ICI ਮਾਰਕ ਦੀ ਅਥੈਂਟਿਸਿਟੀ ਚੈੱਕ ਕਰਨੀ, ਵੀ ਕਿਸੇ ਨੇ ਕੋਈ ਫਰਾਡੂਲੈਂਟ ਮਾਰਕ ਨਾ ਯੂਜ਼ ਕੀਤਾ ਹੋਵੇ, ਕੋਈ ਫੇਕ ਮਾਰਕ ਨਾ ਯੂਜ਼ ਕੀਤਾ ਹੋਵੇ। ਸੋ ਇਸ ਐਪ ਦਾ ਮੇਨ ਮਕਸਦ ਹੈ ਟੂ ਚੈੱਕ ਦ ਅਥੈਂਟਿਸਿਟੀ ਆਫ ISI ਮਾਰਕ। Which committee first recommended money market in India? very important। ਕੋਈ ਬੈਂਕਿੰਗ ਰਿਫਾਰਮ ਦੇ ਨਾਲ ਜਾਂ ਫਿਰ ਕੋਈ ਕ੍ਰੈਡਿਟ ਕਨਵਰਟੇਬਿਲਿਟੀ, ਕਰੰਟ ਅਕਾਊਂਟ ਕਨਵਰਟੇਬਿਲਿਟੀ ਦੇ ਨਾਲ ਕੋਈ ਇੰਪੋਰਟੈਂਟ ਰਿਫਾਰਮ ਹੋਈ, ਉਹਦੀ ਕਿਹੜੀ ਕਮੇਟੀ ਨੇ ਰეკਮੈਂਡੇਸ਼ਨ ਕੀਤੀ। ਇਕਨੋਮੀ ਦੇ ਅੰਦਰ ਇਸ ਤਰੀਕੇ ਦੇ ਨਾਲ ਜਿਹੜੀਆਂ ਵੀ ਕੁਝ ਬੇਸਿਕ 10-15 ਕਮੇਟੀਜ਼ ਬਣਦੀਆਂ ਨੇ ਉਹ ਤੁਹਾਨੂੰ ਹਰ ਐਗਜ਼ਾਮ ਦੇ ਲਈ ਜ਼ਰੂਰ ਯਾਦ ਹੋਣੀਆਂ ਚਾਹੀਦੀਆਂ ਨੇ। ਸੋ ਜਿਹੜੀ ਕਮੇਟੀ ਨੇ ਸਭ ਤੋਂ ਪਹਿਲੀ ਵਾਰੀ ਮਨੀ ਮਾਰਕੀਟ ਦੀ ਗੱਲ ਰੱਖੀ ਭਾਰਤ ਦੇ ਅੰਦਰ ਉਹ ਸੀ ਚੱਕਰਵਰਤੀ ਕਮੇਟੀ। ਆਪਸ਼ਨ ਡੀ। ਨੈਕਸਟ ਇਜ਼ ਲੀਡ ਬੈਂਕ ਸਿਸਟਮ ਇੰਡੀਆ ਦੇ ਅੰਦਰ ਕਿਹਦੇ ਸਜੈਸ਼ਨਸ ਦੇ ਨਾਲ ਇੰਪਲੀਮੈਂਟ ਕਰਵਾਇਆ ਗਿਆ, ਲਾਗੂ ਕਰਵਾਇਆ ਗਿਆ। ਸੋ ਇਹ ਸਜੈਸ਼ਨ ਦਿੱਤੀ ਸੀ DR ਗਡਗਿਲ ਨੇ। ਆਪਸ਼ਨ ਸੀ। ਇਹਨਾਂ ਚਾਰਾਂ ਦੇ ਵਿੱਚੋਂ ਡਾਇਰੈਕਟ ਟੈਕਸ ਕਿਹੜਾ ਨਹੀਂ ਹੈ।
ਸੋ ਡਾਇਰੈਕਟ ਟੈਕਸ ਜਿਹੜਾ ਨਹੀਂ ਹੈ that is sales tax option B। ਇਨਫਲੇਸ਼ਨ ਕਿਹੜੀ ਚੀਜ਼ ਦੇ ਨਾਲ ਹੁੰਦੀ ਹੈ? ਮਹਿੰਗਾਈ ਜਦੋਂ ਰੇਟਸ 'ਚ ਵਾਧਾ ਹੁੰਦਾ ਹੈ ਉਸ ਸਿਚੁਏਸ਼ਨ ਨੂੰ ਆਪਾਂ ਇਨਫਲੇਸ਼ਨ ਕਹਿੰਦੇ ਆ। ਸੋ ਜਦੋਂ ਮਾਰਕੀਟ ਦੇ ਵਿੱਚ ਜ਼ਿਆਦਾ ਪੈਸਾ ਆ ਜਾਵੇ, ਇਨਕਰੀਜ਼ ਇਨ ਮਨੀ ਸਪਲਾਈ, ਇਹ ਸਭ ਤੋਂ ਮੇਨ ਕਾਰਨ ਹੈ ਇਨਫਲੇਸ਼ਨ ਦਾ, ਮਹਿੰਗਾਈ ਦਾ। Next is the process of curing inflation by reducing money supply। ਇਨਫਲੇਸ਼ਨ ਨੂੰ ਠੀਕ ਕਰਨ ਦਾ, ਇਹਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਇੱਕ ਪ੍ਰੋਸੈਸ, ਇੱਕ ਤਰੀਕਾ ਅਪਣਾਇਆ ਜਾਂਦਾ ਹੈ ਜਿਹਦੇ ਅੰਦਰ ਮਨੀ ਸਪਲਾਈ ਨੂੰ ਘਟਾ ਦਿੱਤਾ ਜਾਂਦਾ ਹੈ। ਕ੍ਰੈਡਿਟ ਕ੍ਰੀਏਸ਼ਨ ਨੂੰ ਆਪਾਂ ਘਟਾ ਦਿੰਦੇ ਹਾਂ। ਸੋ ਇਸ ਸਿਚੁਏਸ਼ਨ ਨੂੰ, ਇਸ ਪ੍ਰੋਸੈਸ ਨੂੰ, ਤਰੀਕੇ ਨੂੰ ਆਪਾਂ ਕਹਿੰਦੇ ਆ ਡਿਸਇਨਫਲੇਸ਼ਨ, ਆਪਸ਼ਨ ਸੀ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਬਾਰ-ਬਾਰ ਐਗਜ਼ਾਮਸ ਦੇ ਅੰਦਰ ਰਿਪੀਟ ਹੁੰਦਾ ਹੈ। Next, another important question, stagflation ਕਿਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ? stagflation ਉਹ ਸਿਚੁਏਸ਼ਨ ਹੈ ਇਨਫਲੇਸ਼ਨ ਟੌਪਿਕ ਦੇ ਅੰਦਰ ਜਦੋਂ ਰੇਟ ਜਿਹੜਾ ਗਰੋਥ ਦਾ, ਇਕਨੋਮੀ ਦੀ ਗਰੋਥ ਰੇਟ ਤਾਂ ਸਲੋ ਹੋਵੇ ਪਰ ਜਿਹੜਾ ਰੇਟ ਹੈ ਪ੍ਰਾਈਸਿਸ ਦਾ ਉਹ ਜ਼ਿਆਦਾ ਇਨਕਰੀਜ਼ ਹੋ ਰਿਹਾ ਹੋਵੇ। ਸੋ ਰੇਟ ਆਫ ਗਰੋਥ ਸਲੋਅਰ ਹੈ ਰੇਟ ਆਫ ਪ੍ਰਾਈਸ ਇਨਕਰੀਜ਼ ਤੋਂ। ਸੋ ਜਿਹੜਾ ਪੈਸਾ ਹੈ, ਜਿਹੜੀ ਮਾਰਕੀਟ ਦੇ ਅੰਦਰ ਮਹਿੰਗਾਈ ਹੈ ਉਹ ਜ਼ਿਆਦਾ ਹੋ ਰਹੀ ਹੈ, ਰੇਟ ਚੀਜ਼ਾਂ ਦੇ ਜ਼ਿਆਦਾ ਵੱਧ ਰਹੇ ਨੇ ਪਰ ਗਰੋਥ ਇੰਨੀ ਜ਼ਿਆਦਾ ਨਾਲ ਨਹੀਂ ਹੋ ਰਹੀ। ਗਰੋਥ ਆਪਣੀ ਜਿਹੜੀ ਸਪੀਡ ਹੈ ਉਹਨੂੰ ਸਟੇਬਲ ਰੱਖਿਆ ਹੋਇਆ, ਸਲੋ ਰੱਖਿਆ ਹੋਇਆ ਹੈ। ਸੋ ਵੇਅਰ ਰੇਟ ਆਫ ਗਰੋਥ ਇਜ਼ ਸਲੋਅਰ ਦੈਨ ਰੇਟ ਆਫ ਪ੍ਰਾਈਸ ਇਨਕਰੀਜ਼, that situation is known as stagflation. In an economy, a condition of lack of money supply in comparison to the supply of goods services will lead to। So ਇੱਕ ਇਹੋ ਜਿਹੀ ਇਕਨੋਮੀ, ਇੱਕ ਇਹੋ ਜਿਹੀ ਸਿਚੁਏਸ਼ਨ ਜਿਹਦੇ ਅੰਦਰ ਪੈਸੇ ਦੀ ਕਮੀ ਹੋਵੇ, ਮਨੀ ਸਪਲਾਈ ਦੀ ਕਮੀ ਹੋਵੇ in comparison to supply of goods services। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਪਾਂ ਨੂੰ ਡਿਫਲੇਸ਼ਨ ਦੀ ਕੰਡੀਸ਼ਨ ਪੈਦਾ ਕਰੂਗੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ ਮੈਂ ਜਿੰਨੇ ਵੀ 6-7 ਤੁਹਾਨੂੰ ਇਨਫਲੇਸ਼ਨ ਦੇ ਕੁਐਸਚਨ ਕਰਵਾ ਰਹੀ ਹਾਂ ਇਹਨਾਂ ਨੂੰ ਤੁਸੀਂ ਜ਼ਰੂਰ ਤਿਆਰ ਕਰਨਾ ਹੈ ਕਿਉਂਕਿ ਆਉਣ ਵਾਲੇ ਕਿਸੇ ਵੀ ਐਗਜ਼ਾਮ ਦੇ ਵਿੱਚ ਤੁਸੀਂ ਇਹਨਾਂ ਸਾਰਿਆਂ ਦੇ ਵਿੱਚੋਂ 1 ਜਾਂ 2 ਕੁਐਸਚਨ ਜ਼ਰੂਰ ਐਕਸਪੈਕਟ ਕਰ ਸਕਦੇ ਹੋ because these are the most important and selected questions that I am taking up here। Next is 78th question। ਹੈਡਲਾਈਨ ਇਨਫਲੇਸ਼ਨ ਨੂੰ ਲੈ ਕੇ ਦੋ ਸਟੇਟਮੈਂਟਸ ਨੇ, ਆਪਾਂ ਨੇ ਦੱਸਣਾ ਹੈ ਕਿਹੜੀ ਸਟੇਟਮੈਂਟ ਸਹੀ ਹੈ। ਸੋ ਇਹਨਾਂ ਦੋਨਾਂ ਦੇ ਵਿੱਚੋਂ ਸਿਰਫ ਆਪਸ਼ਨ 2 ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ 2 ਓਨਲੀ। ਹੈਡਲਾਈਨ ਇਨਫਲੇਸ਼ਨ ਅਫੈਕਟ ਹੁੰਦੀ ਹੈ ਜਦੋਂ ਕੋਈ ਛੋਟੇ ਟਰਮ ਦਾ ਕੋਈ ਟ੍ਰਾਂਜ਼ਿਟਰੀ ਇਫੈਕਟ ਆਉਂਦਾ ਹੈ ਪ੍ਰੋਡਕਟ ਦੇ ਪ੍ਰਾਈਸ ਉੱਤੇ। ਸੋ ਜ਼ਿਆਦਾ ਲੰਬੇ ਸਮੇਂ ਤੱਕ ਇਹਦਾ ਅਸਰ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦਾ। ਜਿਹੜੇ ਰੇਟ ਨੇ ਪ੍ਰੋਡਕਟਸ ਦੇ ਉਹ ਬਹੁਤ ਛੋਟੇ ਸਮੇਂ ਦੇ ਲਈ ਆਪਣਾ ਅਸਰ ਦਿਖਾਉਂਦੇ ਨੇ ਇਨ ਦ ਪ੍ਰੋਡਕਟਸ। ਨੈਕਸਟ ਜਿਹੜਾ ਕੁਐਸਚਨ ਹੈ ਇਹ ਆਲਰੇਡੀ UPSC ਵਿੱਚ ਆ ਚੁੱਕਿਆ ਹੈ। ਸੋ ਕੰਸੀਡਰ ਦ ਫੋਲੋਇੰਗ ਸਟੇਟਮੈਂਟ। ਇਨਫਲੇਸ਼ਨ ਦਾ ਫਾਇਦਾ ਕਿਹਨੂੰ ਹੁੰਦਾ ਹੈ? ਉਹਦੇ ਨਾਲ ਰਿਲੇਟਡ ਦੋ ਸਟੇਟਮੈਂਟ ਨੇ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਇਨਫਲੇਸ਼ਨ ਦਾ ਫਾਇਦਾ ਹੁੰਦਾ ਹੈ ਡੈਟਰਸ ਨੂੰ, ਦੂਜੀ ਕਹਿ ਰਹੀ ਹੈ ਇਨਫਲੇਸ਼ਨ ਬੈਨੀਫਿਟ ਦ ਬੌਂਡ ਹੋਲਡਰ। ਸੋ ਉਰੇ ਸਿਰਫ ਪਹਿਲੀ ਸਟੇਟਮੈਂਟ ਸਹੀ ਹੈ, ਇਨਫਲੇਸ਼ਨ ਦਾ ਫਾਇਦਾ ਸਿਰਫ ਡੈਟਰਸ ਨੂੰ ਹੁੰਦਾ ਹੈ। ਆਪਸ਼ਨ 1 is the right answer। So here according to the options given, our right answer would be option B। Next is 80th question। When economic development take place, ਜਦੋਂ economic development ਹੁੰਦੀ ਹੈ ਕਿਸੇ ਵੀ ਇਕਨੋਮੀ ਦੇ ਵਿੱਚ, ਕਿਸੇ ਵੀ ਦੇਸ਼ ਦੀ ਜਿਹੜੀ ਆਰਥਿਕ ਹਾਲਤ ਹੈ ਉਹਦੇ ਵਿੱਚ ਸੁਧਾਰ ਆਉਂਦਾ ਤਾਂ ਉਹਦੇ ਨਾਲ ਕੀ ਹੁੰਦਾ? ਉਹਦੇ ਨਾਲ ਸਪੈਸ਼ਲਾਈਜੇਸ਼ਨ ਇਨਕਰੀਜ਼ ਹੁੰਦੀ ਹੈ। ਆਪਸ਼ਨ A is the right answer। Next is ਕਿਹੜੇ ਫੈਕਟਰਸ ਨੇ ਜਿਹੜੇ ਇੰਡਸਟਰੀ ਦਾ ਨੇਚਰ ਤੇ ਸਾਈਜ਼ ਡਿਟਰਮਾਈਨ ਕਰਦੇ ਨੇ ਕਿ ਕੋਈ ਇੰਡਸਟਰੀ ਆਪਾਂ ਨੇ ਲਗਾਉਣੀ ਹੈ, ਉਹ ਵੱਡੀ ਲਗਾਉਣੀ ਹੈ, ਛੋਟੀ ਲਗਾਉਣੀ ਹੈ, ਉਹਦੀ ਨੇਚਰ ਕਿਵੇਂ ਦੀ ਹੋਊਗੀ। ਉਹ ਸਾਰੀਆਂ ਚੀਜ਼ਾਂ ਜੇ ਆਪਾਂ ਨੇ ਕਿਤੇ ਇੰਡਸਟਰੀ ਸੈਟਅਪ ਕਰਨੀ ਆ ਆਪਾਂ ਕਿਹੜੇ ਫੈਕਟਰਸ ਧਿਆਨ ਚ ਰੱਖ ਕੇ ਸੈਟਅਪ ਕਰਦੇ ਆ। ਨੰਬਰ 1 ਕੈਪੀਟਲ ਇਨਵੈਸਟਮੈਂਟ, ਕਿੰਨੀ ਆਪਾਂ ਪੈਸੇ ਦੀ ਲਾਗਤ ਹੈ ਆਪਣੇ ਕੋਲ। ਨੰਬਰ 3 ਲੇਬਰ ਫੋਰਸ ਕਿੰਨੀ ਅਵੇਲੇਬਲ ਹੈ ਉਸ ਜਗ੍ਹਾ ਦੇ ਆਲੇ ਦੁਆਲੇ। ਪਾਵਰ ਕੰਜ਼ੰਪਸ਼ਨ ਕਿੰਨੀ ਹੋਊਗੀ। ਸੋ ਇਹ 3 ਚੀਜ਼ਾਂ ਨੇ ਜਿਹੜੀਆਂ ਡਿਟਰਮਾਈਨ ਕਰਦੀਆਂ ਨੇ ਨੇਚਰ ਐਂਡ ਸਾਈਜ਼ ਆਫ ਇੰਡਸਟਰੀ। ਆਪਸ਼ਨ A is the right answer। ਡਿਸਇਨਵੈਸਟਮੈਂਟ most repetitive question from whole economy, ਸਭ ਤੋਂ ਜ਼ਿਆਦਾ ਬੇਸਿਕ ਕੁਐਸਚਨ ਜਿਹੜਾ ਬਾਰ-ਬਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ। ਡਿਸਇਨਵੈਸਟਮੈਂਟ ਦਾ ਮਤਲਬ ਸਿੱਧਾ ਡਾਇਰੈਕਟਲੀ ਇਹੀ ਸਿੰਪਲ ਕੁਐਸਚਨ ਉੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ। ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ B। ਜਦੋਂ ਸਰਕਾਰ ਆਪਣੀਆਂ ਸਰਕਾਰੀ ਐਂਟਰਪ੍ਰਾਈਜ਼ਸ ਚੋਂ, ਅੰਡਰਟੇਕਿੰਗਸ ਚੋਂ
ਕੁਝ ਸ਼ੇਅਰ ਪ੍ਰਾਈਵੇਟ ਨੂੰ ਵੇਚ ਦੇ ਤਾਂ ਉਹਨੂੰ ਆਪਾਂ ਕਹਿੰਦੇ ਆ ਡਿਸਇਨਵੈਸਟਮੈਂਟ offloading of government share to private companies. Option B, very very important. Next is, which of the following is the total amount of money available in an economy at a specific time? ਇੱਕ particular time ਉੱਤੇ ਕਿਸੇ ਵੀ ਕੰਟਰੀ ਦੇ ਵਿੱਚ ਇਕਨੋਮੀ ਦੇ ਵਿੱਚ ਜਿੰਨਾ ਕੁੱਲ ਪੈਸਾ ਅਵੇਲੇਬਲ ਹੈ ਮੌਜੂਦ ਹੈ ਟੋਟਲ ਅਮਾਉਂਟ ਉਹਨੂੰ ਆਪਾਂ ਕੀ ਕਹਾਂਗੇ? ਸੋ ਇਕਨੋਮਿਕ ਭਾਸ਼ਾ ਦੇ ਵਿੱਚ ਉਹਨੂੰ ਕਹਾਂਗੇ ਮਨੀ ਸਟਾਕ, ਆਪਸ਼ਨ ਡੀ। Next is, which of the following causes the condition in which price increase rapidly as a currency loses its value? ਜਿਵੇਂ ਹੀ ਕਿਸੇ ਦੇਸ਼ ਦੀ ਕਰੰਸੀ ਆਪਣੀ ਵੈਲਿਊ ਲੂਜ਼ ਕਰਨ ਲੱਗਦੀ ਹੈ, ਉਹ ਨੀਚੇ ਜਾਣ ਲੱਗਦੀ ਹੈ, ਸੋ ਉਵੇਂ ਹੀ ਜਦੋਂ ਮਹਿੰਗਾਈ ਜ਼ਿਆਦਾ ਵੱਧ ਜਾਵੇ, ਇੱਕੋ ਦਮ ਰੈਪਿਡਲੀ ਇਨਕਰੀਜ਼ ਹੋ ਜਾਵੇ, ਮੋਸਟਲੀ ਇਹ ਵਾਰ ਟਾਈਮ ਦੀਆਂ ਜਿਹੜੀ ਸਿਚੁਏਸ਼ਨ ਹੁੰਦੀਆਂ ਨੇ ਉੱਥੇ ਇਸ ਤਰ੍ਹਾਂ ਦੀ ਕੰਡੀਸ਼ਨ ਅਰਾਈਜ਼ ਹੁੰਦੀ ਹੈ, ਸੋ ਉਹ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਆ ਹਾਈਪਰ ਇਨਫਲੇਸ਼ਨ, ਆਪਸ਼ਨ ਡੀ। 85th question, which of the following is the act of stimulating the economy by increasing money supply or by reducing taxes? So ਜਦੋਂ ਆਪਾਂ ਇੱਕ ਇਕਨੋਮੀ ਨੂੰ ਦੁਬਾਰਾ ਤੋਂ ਸਹੀ ਲਾਈਨ ਤੇ ਲੈ ਕੇ ਆਉਣਾ ਚਾਹੁੰਦੇ ਆ, ਉਹਨੂੰ ਇਨਫਲੇਸ਼ਨ ਦੇ ਕ੍ਰਾਈਸਿਸ ਤੋਂ ਕੱਢਣਾ ਚਾਹੁੰਦੇ ਆ, ਤੇ ਉਹਦੇ ਲਈ ਆਪਾਂ ਮਨੀ ਸਪਲਾਈ ਵਧਾਉਂਦੇ ਆ ਜਾਂ ਫਿਰ ਟੈਕਸ ਘਟਾਉਂਦੇ ਆ। ਇਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ, ਇਸ ਐਕਟ ਨੂੰ ਕਿਹਾ ਜਾਂਦਾ ਹੈ of stimulating the economy, reflation, option B। M1 ਦੇ ਵਿੱਚ ਕੀ ਆਉਂਦਾ? ਜਦੋਂ ਆਪਾਂ ਮਨੀ ਕ੍ਰੀਏਸ਼ਨ, ਮਨੀ ਮਲਟੀਪਲੀਕੇਸ਼ਨ ਇਸ ਤਰ੍ਹਾਂ ਦੇ ਟੌਪਿਕ ਕਰਦੇ ਆ ਮਨੀ ਸਪਲਾਈ ਦੇ ਅੰਦਰ, ਤਾਂ ਉੱਥੇ M1, M2, M3 ਇਸ ਤਰ੍ਹਾਂ ਦੀਆਂ ਟਰਮਸ ਦੇਖਣ ਨੂੰ ਮਿਲਦੀਆਂ ਨੇ। M1 ਦੇ ਅੰਦਰ ਇਹਨਾਂ ਚਾਰਾਂ ਦੇ ਵਿੱਚ ਆਉਂਦੇ ਨੇ ਚੈਕੇਬਲ ਡਿਪੋਜ਼ਿਟ, ਆਪਸ਼ਨ B। ਅ ਕਲੋਜ਼ਡ ਇਕੋਨਮੀ ਕਿਸ ਤਰ੍ਹਾਂ ਦੀ ਇਕੋਨਮੀ ਹੈ? ਇਹ ਵੀ ਕੁਐਸਚਨ ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ। ਇੱਕ ਕਲੋਜ਼ਡ ਇਕੋਨਮੀ ਦਾ ਮਤਲਬ ਹੈ ਜਿੱਥੇ ਨਾ ਤਾਂ ਕੋਈ ਐਕਸਪੋਰਟ ਹੋਵੇ, ਨਾ ਇੰਪੋਰਟ ਹੋਵੇ, ਨਾ ਕੋਈ ਬਣ ਕੇ ਉਸ ਕੰਟਰੀ ਚੋਂ ਬਾਹਰ ਸਮਾਨ ਜਾ ਰਿਹਾ ਹੈ, ਨਾ ਬਾਹਰੋਂ ਕੋਈ ਉਸ ਕੰਟਰੀ ਦੇ ਅੰਦਰ ਸਮਾਨ ਆ ਰਿਹਾ। ਨੈਕਸਟ ਹੈ, ਬਹੁਤ ਵਾਰੀ ਆਪਾਂ ਨਿਊਜ਼ਪੇਪਰਸ ਦੇ ਅੰਦਰ ਫ੍ਰੀ ਮਾਰਕੀਟ ਇਹ ਟਰਮ ਸੁਣਦੇ ਆ। ਫ੍ਰੀ ਮਾਰਕੀਟ ਦਾ ਮਤਲਬ ਕੀ ਹੈ? ਫ੍ਰੀ ਮਾਰਕੀਟ ਦਾ ਮਤਲਬ ਹੈ ਇਹ ਜਿਹੀ ਮਾਰਕੀਟ ਜਿੱਥੇ ਜਿਹੜਾ ਚੀਜ਼ਾਂ ਦਾ ਰੇਟ ਹੈ ਉਹ ਉੱਥੋਂ ਦੇ ਪ੍ਰੋਡਕਟਸ ਦੀ ਕਿੰਨੀ ਡਿਮਾਂਡ ਹੈ, ਕਿੰਨੀ ਸਪਲਾਈ ਹੈ, ਉਹ ਚੀਜ਼ ਤੈਅ ਕਰਦੀ ਹੈ। ਦੂਜੇ ਨੰਬਰ ਤੇ ਬਿਨਾਂ ਕਿਸੇ ਸਰਕਾਰ ਦੀ ਇੰਟਰਫੇਰੈਂਸ ਤੋਂ ਉਹ ਮਾਰਕੀਟ ਚੱਲਦੀ ਹੈ, ਸੋ ਮਾਰਕੀਟ ਸਪਲਾਈ ਤੇ ਡਿਮਾਂਡ ਦੇ ਆਧਾਰ ਤੇ ਚੱਲਦੀ ਹੈ। ਇਨ ਫ੍ਰੀ ਮਾਰਕੀਟ ਥਿੰਗਸ ਆਰ ਅਵੇਲੇਬਲ ਵਿਦਾਊਟ ਰਿਸਟ੍ਰੇਂਟ ਆਫ ਗਵਰਨਮੈਂਟ। ਸੋ ਇਹ ਦੋ ਜਿਹੜੀਆਂ ਪਹਿਲੀਆਂ ਸਟੇਟਮੈਂਟ ਨੇ ਇਹ ਆਪਾਂ ਨੂੰ ਫ੍ਰੀ ਮਾਰਕੀਟ ਦਾ ਸਹੀ ਮੀਨਿੰਗ ਦੱਸ ਰਹੀਆਂ ਨੇ। ਸੋ ਆਪਸ਼ਨ ਡੀ both 1 and 2 is the right answer. Which of the following will not contribute to a higher current account deficit? ਸੋ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਜ਼ਿਆਦਾ ਕਰੰਟ ਅਕਾਊਂਟ ਡੈਫਿਸਿਟ ਵਿੱਚ ਕੰਟਰੀਬਿਊਟ ਨਹੀਂ ਕਰ ਰਹੀ? ਸੋ ਉਹ ਹੈ ਰਾਈਜ਼ ਇਨ ਐਕਸਪੋਰਟ ਆਫ ਸੌਫਟਵੇਅਰ ਸਰਵਿਸ, ਆਪਸ਼ਨ ਬੀ। ਕੰਸੀਡਰ ਦ ਫੋਲੋਇੰਗ, ਇਹ ਵੀ ਕੁਐਸਚਨ UPSC ਦਾ ਪ੍ਰੀਵੀਅਸ ਈਅਰ ਕੁਐਸਚਨ ਹੈ। ਆਪਾਂ ਨੇ ਦੱਸਣਾ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੇ ਇੰਟਰਨਲ ਡੈਟ ਦੇ ਕੰਪੋਨੈਂਟਸ ਨੇ ਜਦੋਂ ਸਰਕਾਰ ਅੰਦਰਲੀਆਂ ਜਿਹੜੀਆਂ ਉਹਦੇ ਕੋਲ ਅਵੇਲੇਬਲ ਰਿਸੋਰਸਿਸ ਨੇ ਉਹਨਾਂ ਤੋਂ ਕਰਜ਼ਾ ਲੈਂਦੀ ਹੈ, ਸੋ ਉਹਨੂੰ ਆਪਾਂ ਕਹਿੰਦੇ ਆ ਇੰਟਰਨਲ ਡੈਟ। ਸੋ ਮਾਰਕੀਟ ਬੋਰਿੰਗ, ਟ੍ਰੈਜਰੀ ਬਿੱਲ, ਸਪੈਸ਼ਲ ਸਿਕਿਉਰਿਟੀ ਇਸ਼ੂਡ ਟੂ RBI, ਇਹ ਤਿੰਨੋਂ ਚੀਜ਼ਾਂ ਹੀ ਇੰਟਰਨਲ ਬੋਰਿੰਗਸ ਨੇ। ਸੋ ਆਪਸ਼ਨ D 1, 2 and 3 is the right answer. Which of the following is associated with fiscal policy? Fiscal policy ਦੇ ਨਾਲ ਰਿਲੇਟਡ ਹੈ ਕੰਜ਼ੰਪਸ਼ਨ, ਆਪਸ਼ਨ C। ਫਿਸਕਲ ਡਰੈਗ ਜਿਹੜਾ ਆਪਾਂ ਨੂੰ ਇਹ ਦੱਸਦਾ ਹੈ ਵੀ ਜਦੋਂ ਮਹਿੰਗਾਈ ਦਾ ਅਸਰ ਪੈਂਦਾ ਕਿਸੇ ਵੀ ਇਕਨੋਮੀ ਦੇ ਉੱਤੇ, ਸੋ ਉਸ ਚੀਜ਼ ਨੂੰ ਐਕਸਪ੍ਰੈਸ ਕਰਦੀ ਹੈ ਟਰਮ ਫਿਸਕਲ ਡਰੈਗ। ਇਹਦਾ ਮਤਲਬ ਕੀ ਹੈ? ਫਿਸਕਲ ਡਰੈਗ ਦਾ ਮਤਲਬ ਹੈ ਇੰਪੈਕਟ ਜਿਹੜਾ ਹੁੰਦਾ ਮਹਿੰਗਾਈ ਦਾ ਟੈਕਸ ਰੈਵਨਿਊ ਤੇ GDP ਉੱਤੇ। ਸੋ ਆਪਸ਼ਨ B ਇਹਦਾ ਰਾਈਟ ਆਨਸਰ ਹੈ। ਪਿਗੋਵੀਅਨ ਟੈਕਸੇਸ਼ਨ ਦਾ ਕੀ ਮਤਲਬ ਹੈ? ਪਿਗੋਵੀਅਨ ਟੈਕਸੇਸ਼ਨ ਉਹ ਟੈਕਸ ਹੈ ਜਿਹੜਾ ਸਿਗਰਟ ਕੰਜ਼ਿਊਮ ਕਰਨ ਤੇ ਲਗਾਇਆ ਜਾਂਦਾ ਹੈ ਜਾਂ ਫਿਰ ਜਦੋਂ ਆਪਾਂ ਫੋਸਿਲ ਫਿਊਲ ਕੋਈ ਜਲਾਉਂਦੇ ਆ ਉਸ ਚੀਜ਼ ਤੇ ਲਗਾਇਆ ਜਾਂਦਾ ਹੈ। ਸੋ ਆਪਸ਼ਨ A is the right answer, 1 and 3 only. Consider the following statement in regard to goods and services tax, GST. ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ GST ਦੇ ਦੋ ਕੰਪੋਨੈਂਟ ਨੇ, ਇੱਕ ਜਿਹਨੂੰ ਸੈਂਟਰ ਲਿਵਾਈ ਕਰਦੀ ਹੈ, ਦੂਜਾ ਕੰਪੋਨੈਂਟ ਹੈ ਸਟੇਟ ਲਿਵਾਈ ਕਰਦੀ ਹੈ। ਸੋ ਇਹ ਜਿਹੜੀ ਪਹਿਲੀ ਸਟੇਟਮੈਂਟ ਹੈ ਸਿਰਫ ਇਹੀ ਕਰੈਕਟ ਸਟੇਟਮੈਂਟ ਹੈ। ਸੋ ਆਪਸ਼ਨ A is the right answer. MAT, ਮਿਨੀਮਮ ਆਲਟਰਨੇਟਿਵ ਟੈਕਸ, ਇਹਨੂੰ ਇੰਟਰੋਡਿਊਸ ਕੀਤਾ ਸੀ
ਭਾਰਤ ਸਰਕਾਰ ਨੇ ਕਿਹੜੇ ਸਾਲ ਦੇ ਬਜਟ ਵਿੱਚ ਪਹਿਲੀ ਵਾਰੀ minimum alternative tax MAT was introduced in the budget of Government of India for the year 1996-97 option D. Which of the following state is the first to impose agriculture income tax in India? ਪਹਿਲੀ ਭਾਰਤ ਦੀ ਸਟੇਟ ਐਗਰੀਕਲਚਰ ਇਨਕਮ ਟੈਕਸ ਲਗਾਉਣ ਵਾਲੀ ਹੈ ਬਿਹਾਰ ਆਪਸ਼ਨ ਡੀ। ਹੁਣ ਨੈਕਸਟ ਕੁਐਸਚਨ ਵੀ ਐਗਰੀਕਲਚਰ ਇਨਕਮ ਟੈਕਸ ਦੇ ਨਾਲ ਹੀ ਰਿਲੇਟਡ ਹੈ। ਦੋ ਸਟੇਟਮੈਂਟਸ ਨੇ, ਆਪਾਂ ਨੇ ਦੱਸਣਾ ਕਿਹੜੀ ਸਟੇਟਮੈਂਟ ਸਹੀ ਹੈ। ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜੀ ਐਗਰੀਕਲਚਰ ਇਨਕਮ ਟੈਕਸ ਹੈ ਇਹਨੂੰ ਲਗਾਉਂਦੀ ਵੀ ਯੂਨੀਅਨ ਗਵਰਨਮੈਂਟ ਹੈ, ਇਹਨੂੰ ਕਲੈਕਟ ਵੀ ਯੂਨੀਅਨ ਗਵਰਨਮੈਂਟ ਕਰਦੀ ਹੈ, ਸੋ ਇਹ ਗਲਤ ਹੈ। ਐਗਰੀਕਲਚਰ ਇਨਕਮ ਟੈਕਸ ਦੇ ਉੱਤੇ ਜਿਹੜਾ ਰੋਲ ਹੈ, ਕੰਟਰੋਲ ਹੈ, ਉਹ ਸਟੇਟ ਦੀ ਸਰਕਾਰ ਦਾ ਹੈ, ਸੋ ਇਹ ਸਟੇਟਮੈਂਟ ਗਲਤ ਹੋ ਜਾਂਦੀ ਹੈ। ਦੂਜੀ ਸਟੇਟਮੈਂਟ ਕਹਿ ਰਹੀ ਹੈ ਕਿ ਪੂਰੇ ਦੇ ਪੂਰੇ ਇੰਡੀਆ ਵਿੱਚ ਇਹ ਲੱਗਦਾ ਹੈ, ਇਹ ਵੀ ਗਲਤ ਹੈ, ਸਟੇਟਸ ਦੀ ਆਪਣੀ ਮਰਜ਼ੀ ਹੈ। ਸੋ ਦੋਨੋਂ ਸਟੇਟਮੈਂਟ ਗਲਤ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਨੀਦਰ 1 ਐਂਡ 2। 98th ਕੁਐਸਚਨ, ਭਾਰਤ ਸਰਕਾਰ ਨੂੰ ਸਭ ਤੋਂ ਜ਼ਿਆਦਾ ਰੈਵਨਿਊ ਪੈਸਾ ਪ੍ਰੋਫਿਟ ਇਨਕਮ ਕਿੱਥੋਂ ਆਉਂਦਾ? ਸੋ ਉਹ ਆਉਂਦਾ ਯੂਨੀਅਨ ਐਕਸਾਈਜ਼ ਡਿਊਟੀ ਤੋਂ, ਆਪਸ਼ਨ ਬੀ। ਨੈਕਸਟ ਇਜ਼ 99th ਕੁਐਸਚਨ, ਸਭ ਤੋਂ ਜ਼ਿਆਦਾ ਟੈਕਸ ਲਾਰਜੈਸਟ ਟੈਕਸ ਕਲੈਕਟਡ ਐਟ ਫੈਡਰਲ ਗਵਰਨਮੈਂਟ ਲੈਵਲ, ਫੈਡਰਲ ਦਾ ਉਹਦੇ ਮਤਲਬ ਹੈ ਸਟੇਟ ਗਵਰਨਮੈਂਟ ਲੈਵਲ, ਸੋ ਉਹ ਹੈ ਇਨਕਮ ਟੈਕਸ, ਆਪਸ਼ਨ ਏ। 100th question, indicate the sequence of the following in terms of the implementation। ਸੋ ਚਾਰ ਆਪਣੇ ਕੋਲ ਟੈਕਸ ਦੱਸੇ ਹੋਏ ਨੇ, ਕਿਹੜੇ ਕਿਹੜੇ ਸਾਲ ਤੋਂ ਸਭ ਤੋਂ ਪਹਿਲਾਂ ਕਿਹੜਾ ਟੈਕਸ ਸਟਾਰਟ ਕੀਤਾ ਗਿਆ ਲਾਗੂ ਕਰਨਾ ਭਾਰਤ ਦੇ ਅੰਦਰ, ਉਸ ਤੋਂ ਬਾਅਦ ਐਂਡ ਤੇ ਕਿਹੜਾ। ਸੋ ਆਪਾਂ ਨੇ ਸਭ ਤੋਂ अर्लीएस्ट ਤੋਂ ਸਭ ਤੋਂ ਰੀਸੈਂਟ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ ਹੈ। ਸੋ ਸਭ ਤੋਂ ਪਹਿਲਾ ਹੈ ਇਨਕਮ ਟੈਕਸ 1860, ਦੈਨ ਐਕਸਪੈਂਡੀਚਰ ਟੈਕਸ ਆਇਆ 1956, ਉਸ ਤੋਂ ਬਾਅਦ ਵੈਟ ਵੈਲਿਊ ਐਡਿਡ ਟੈਕਸ ਜਿਹਨੂੰ 1996-97 ਐਂਡ ਫੋਰਥ ਇਜ਼ ਫ੍ਰਿੰਜ ਬੈਨੀਫਿਟ ਟੈਕਸ ਸਾਲ 2005, ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ 1 2 3 4। ਨੈਕਸਟ ਇਜ਼ ਕ੍ਰਿਸ਼ੀ ਕਲਿਆਣ ਸੈਸ KKC, ਇਹ ਵੀ ਕਾਫੀ ਜ਼ਿਆਦਾ ਪਿਛਲੇ 2 ਸਾਲਾਂ ਦੇ ਵਿੱਚ ਨਿਊਜ਼ ਦੇ ਵਿੱਚ ਰਹਿ ਰਿਹਾ ਸੀ। ਸੋ ਕ੍ਰਿਸ਼ੀ ਕਲਿਆਣ ਸੈਸ, ਇਹਨੂੰ ਲੈ ਕੇ ਕਿਹੜੀ ਸਟੇਟਮੈਂਟ ਕਰੈਕਟ ਹੈ? ਸੋ ਫਰਸਟ 2 ਸਟੇਟਮੈਂਟ ਕਰੈਕਟ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਬੀ 1 ਐਂਡ 2 ਓਨਲੀ। ਕ੍ਰਿਸ਼ੀ ਕਲਿਆਣ ਸੈਸ ਇਹਨੂੰ ਕੈਲਕੂਲੇਟ ਕੀਤਾ ਜਾਂਦਾ ਹੈ ਜਿਵੇਂ ਆਪਾਂ ਸਰਵਿਸ ਟੈਕਸ ਕੈਲਕੂਲੇਟ ਕਰਦੇ ਹਾਂ, ਸੇਮ ਉਸੇ ਤਰੀਕੇ ਦੇ ਨਾਲ। ਕਰੰਟ ਰੇਟ ਇਜ਼ 0.50%। ਜਿਹੜੀ ਤੀਜੀ ਸਟੇਟਮੈਂਟ ਹੈ ਇਹ ਗਲਤ ਹੈ, ਇੱਕ ਅਲੱਗ ਤਰ੍ਹਾਂ ਦਾ ਸੈਸ ਹੈ, ਅਲੱਗ ਤਰ੍ਹਾਂ ਦੀ ਟੈਕਸ ਦੀ ਕੈਟੇਗਰੀ ਹੈ। ਕ੍ਰਿਸ਼ੀ ਕਲਿਆਣ ਸਰਚਾਰਜ ਦੇ ਨਾਲ ਇਹਦੀ ਕੋਈ ਵੀ ਸਿਮਿਲੈਰਿਟੀ ਨਹੀਂ ਹੈ, ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਇਜ਼ ਐਕਸਪੈਂਡੀਚਰ ਟੈਕਸ, ਇਹਦਾ ਆਪਾਂ ਨੇ ਪਿੱਛੇ ਜਦੋਂ ਆਪਾਂ ਨੇ ਸੀਕੁਐਂਸ ਅਰੇਂਜ ਕੀਤਾ ਉਦੋਂ ਗੱਲ ਕੀਤੀ ਸੀ। ਇਹਨੂੰ ਇੰਪੋਜ਼ ਕਰਨ ਦੀ ਸਜੈਸ਼ਨ ਕਿਹਨੇ ਦਿੱਤੀ ਸੀ ਸਭ ਤੋਂ ਪਹਿਲੀ ਵਾਰੀ? ਸੋ ਸਜੈਸ਼ਨ ਦਿੱਤੀ ਸੀ ਕਾਲਦੌੜ ਨੇ, ਆਪਸ਼ਨ ਬੀ। ਇੰਡੀਆ ਦੇ ਅੰਦਰ ਜਿਹੜਾ 1 ਰੁਪਏ ਦੇ ਕੋਇਨ ਨੇ, ਨੋਟ ਨੇ ਜਾਂ ਕੋਈ ਹੋਰ ਸਬਸਿਡਰੀ ਕੋਇਨ ਨੇ, ਉਹਨਾਂ ਨੂੰ ਕੌਣ ਇਸ਼ੂ ਕਰਦਾ? ਸੋ ਉਹਨੂੰ ਇਸ਼ੂ ਕਰਦੀ ਹੈ ਸੈਂਟਰਲ ਗਵਰਨਮੈਂਟ, ਆਪਸ਼ਨ ਬੀ। ਨੈਕਸਟ ਇਜ਼ 104th ਕੁਐਸਚਨ, ਕਿਸੇ ਕਰੰਸੀ ਦੀ ਵੈਲਿਊ ਦਾ ਘਟਣਾ ਕਿਹੜੀਆਂ ਚੀਜ਼ਾਂ ਵਿੱਚ ਲੀਡ ਕਰਦਾ ਹੈ? ਡੀਵੈਲੂਏਸ਼ਨ ਆਫ ਕਰੰਸੀ ਲੀਡਸ ਟੂ, ਸੋ ਉਹਦੇ ਨਾਲ ਕੀ ਹੁੰਦਾ? ਨੰਬਰ 1 ਐਕਸਪੋਰਟ ਟ੍ਰੇਡ ਦੇ ਵਿੱਚ ਵਾਧਾ ਹੁੰਦਾ, ਇੰਪੋਰਟ ਘਟ ਜਾਂਦਾ, ਨਾਲ ਹੀ ਇੰਪੋਰਟ ਸਬਸਟੀਟਿਊਸ਼ਨ ਦੇ ਵਿੱਚ ਜ਼ਿਆਦਾ ਵਾਧਾ ਹੁੰਦਾ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਇਹ ਤਿੰਨੋਂ ਸਟੇਟਮੈਂਟ ਨੇ ਜਿਹੜੀਆਂ ਇਹ ਹੁੰਦੀਆਂ ਨੇ ਜਦੋਂ ਕਿਸੇ ਵੀ ਕਰੰਸੀ ਦੀ ਵੈਲਿਊ ਘਟ ਜਾਵੇ, ਡੀਵੈਲੂਏਸ਼ਨ ਹੋ ਜਾਵੇ। ਸੋ ਅੱਜ ਇਸ ਪਾਰਟ 2 ਦਾ ਆਪਾਂ ਲਾਸਟ ਕੁਐਸਚਨ ਹੁਣ ਦੇਖਣ ਜਾ ਰਹੇ ਹਾਂ 105th, which of the following terms is not a financial term? ਸੋ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਤਿੰਨੋਂ ਹੀ ਫਾਈਨੈਂਸ਼ੀਅਲ ਟਰਮਸ ਨਹੀਂ ਹੈਗੀਆਂ, so right answer is option D, all of the above. So this was all about our part 2 on important MCQs on Indian economy. ਸੋ ਆਪਾਂ ਨੇ ਇਹ ਦੋ ਪਾਰਟਸ ਦੇ ਅੰਦਰ 105 MCQs ਦੇਖੇ ਨੇ ਜਿਹੜੇ ਕੁਝ ਪ੍ਰੀਵੀਅਸ ਈਅਰ ਪੇਪਰਸ ਚ ਆਏ ਨੇ ਜਾਂ ਕੁਝ ਪਾਰਟਿਕੂਲਰ ਟੌਪਿਕਸ ਦੇ ਵਿੱਚ ਜ਼ਿਆਦਾ ਇੰਪੋਰਟੈਂਟ ਨੇ ਜਿਨ੍ਹਾਂ ਉੱਤੇ ਤੁਸੀਂ ਸਪੈਸ਼ਲ ਫੋਕਸ ਦੇਣਾ ਹੈ। ਸੋ ਸਪੈਸ਼ਲੀ ਜਿਹੜੇ ਸਟੂਡੈਂਟ ਨਾਇਬ ਤਹਿਸੀਲਦਾਰ ਜਾਂ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਇਸ ਤਰ੍ਹਾਂ ਦੀਆਂ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜਿਹੜਾ PPSC ਹੈ ਉਹਦਾ ਇੱਕ ਟ੍ਰੈਂਡ ਹੈ ਕਿ ਉਹ 50 to 60% ਕੁਐਸਚਨਸ ਨੇ ਜਨਰਲੀ ਕੀ ਕਰਦੇ ਨੇ ਪ੍ਰੀਵੀਅਸ ਈਅਰ UPSC ਚੋਂ ਹੀ ਡਾਇਰੈਕਟਲੀ ਪਾ ਦਿੰਦੇ ਨੇ, ਸਪੈਸ਼ਲੀ ਸਟੈਟਿਕ GK ਦੇ, ਬਾਕੀ ਉਹ ਸਿਰਫ ਕਰੰਟ ਅਫੇਅਰ ਐਡ ਕਰਦੇ ਨੇ ਨਵਾਂ। ਸੋ ਤੁਸੀਂ ਪ੍ਰੀਵੀਅਸ ਈਅਰ 10 ਤੋਂ 15 ਸਾਲਾਂ ਦੇ UPSC ਦੇ ਕੁਐਸਚਨ ਪੇਪਰ ਜ਼ਰੂਰ ਦੇਖ ਕੇ ਜਾਣੇ ਨੇ। ਸੋ ਦਿਸ ਵਾਸ ਆਲ ਅਬਾਊਟ, ਥੈਂਕ ਯੂ ਐਂਡ ਗੁੱਡ ਲੱਕ।